देखो साडे लिए टफ टास्क है, जे विजिबल पाउंदा होया तो असीं फड़ लांगे ते जे विजिबल नहीं पाउंदा होया तो पोल्यूशन बोर्ड वाले अफसर नूं वार-वार पुछांगे। जे वो सहयोग नहीं देणगे तो इस मुकदमे 'ਚ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ। ਇਹਦੇ ਲਈ ਇਹ ਪੋਲੂਸ਼ਨ ਬੋਰਡ ਦਾ ਮੈਨੂੰ ਲੱਗਦਾ ਇਹਨਾਂ ਨੂੰ ਆਪਦੇ ਪ੍ਰੋਟੋਕੋਲਸ ਨੂੰ ਹੋਰ ਇਹਨੂੰ ਇੰਪਰੂਵ ਕਰਨਾ ਪਊਗਾ। ਇੱਕ ਜਿਹੜੀ ਬੜੀ ਮੰਦਭਾਗੀ ਘਟਨਾ ਹੈ ਜਿਹਦੇ 'ਚ 11 ਆਦਮੀਆਂ ਦੀ ਜਾਨ ਗਈ ਹੈ, ਅਸੀਂ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ। ਕਿਸੇ ਨਾ ਕਿਸੇ ਲੈਵਲ ਤੇ ਇੰਡਸਟਰੀਅਲ ਯੂਨਿਟ ਵੱਲੋਂ ਇਲੈਕਟ੍ਰੋਪੋਲਿਟਿੰਗ ਦਾ ਜਿਹੜਾ ਹੈਗਾ ਵੇਸਟ ਹੈ, ਜਿਹੜਾ ਇੰਡਸਟਰੀਅਲ ਵੇਸਟ ਹੈ, ਉਹ ਜ਼ਰੂਰੀ ਨਹੀਂ ਕਿ ਵੀ ਅੱਜ ਪਾਇਆ ਗਿਆ, ਰੈਗੂਲਰ ਪਾਉਂਦੇ ਆ ਰਹੇ ਆ। ਵੀ ਇਹ ਕਿੰਨੇ ਲੋਕ ਹੈ ਜਿਹੜੇ ਇਹਨਾਂ ਦੇ ਨਾਲ ਬਿਮਾਰੀਆਂ ਲਵਾ ਕੇ, ਜਿਹੜੇ ਕਿ ਕਈ ਸਾਲ ਡਾਕਟਰਾਂ ਦੀਆਂ ਫੀਸਾਂ ਭਰ ਕੇ ਤੇ ਉਹ ਆਪਦੇ ਇਲਾਜ ਤੇ ਖਰਚਾ ਕਰਕੇ ਤੇ ਕੰਗਾਲ ਹੋ ਕੇ ਮਰਨਗੇ। ਇਹ ਬੜਾ ਸੀਰੀਅਸ ਮੈਟਰ ਹੈ। ਅਸੀਂ ਇਹਨੂੰ ਪੋਲੂਸ਼ਨ ਬੋਰਡ ਵਾਲੇ ਅਫਸਰਸ ਨੂੰ ਵੀ ਇਸ ਗੱਲ ਨੂੰ ਅਸੀਂ ਲਾਈਟਲੀ ਨਹੀਂ ਲੈਣ ਦੇਣਾਗਾ। ਹੁਣ ਦੂਜੀ ਗੱਲ ਰਹੀ ਵੀ ਜੇ ਕਿਤੇ ਇੰਡਸਟਰੀਅਲ ਯੂਨਿਟ ਦੇ ਵਿੱਚੋਂ ਆਪਦੇ ਕਨੈਕਸ਼ਨ ਲਏ ਵੇ ਤੇ ਉਹ ਪਾ ਰਿਹਾ ਤੇ ਫਿਰ ਉਹ ਅਸੀਂ ਆਪ ਪਤਾ ਕਰਨ, ਸਾਨੂੰ ਹੁਣ ਪਤਾ ਹੀ ਨਹੀਂ ਲੱਗਣਾ। ਉਹ ਵਾਰ-ਵਾਰ ਪੋਲੂਸ਼ਨ ਬੋਰਡ ਵਾਲਿਆਂ ਨੂੰ ਦੱਸਾਂਗੇ। ਜੇ ਸਾਨੂੰ ਨਹੀਂ ਕੋਆਪਰੇਟ ਕਰਨਗੇ ਤੇ ਇਸੇ ਮੁਕੱਦਮੇ 'ਚ ਪੋਲੂਸ਼ਨ ਬੋਰਡ ਦੇ ਅਗੇਂਸਟ ਕਾਰਵਾਈ ਕਰਾਂਗੇ। ਇਨੀਸ਼ੀਅਲ ਰਿਸਪੌਂਸ ਸੀ ਜਦੋਂ ਏਰੀਆ ਸੀਲਿੰਗ, ਲੋਕਾਂ ਨੂੰ ਐਜੂਕੇਟ ਕਰਨਾ, ਉਹ ਸਾਰੀ ਕਾਰਵਾਈ ਤੋਂ ਬਾਅਦ ਅਸੀਂ ਉਹਦੇ ਤੇ ਕੇਸ ਜਿਹੜਾ ਰਜਿਸਟਰਡ ਕਰ ਲਿਆ 304 IPC ਦੇ ਤਹਿਤ। ਉਸ ਦੇ ਵਿੱਚ ਉਹਨੂੰ ਨੇੜ ਤੇੜ ਦੇ ਜਿਹੜੇ ਇਮੀਡੀਏਟ CCTV ਸਕੈਨ ਕੀਤੇ ਆ ਜਿੰਨੇ ਵੀ, ਕਿਉਂਕਿ ਕੱਲ ਲਾਈਟ ਵੀ ਆਫ ਸੀ ਤੇ ਇਹ ਏਰੀਆ ਵੀ ਸੀਲਡ ਆਫ ਸੀ। ਉਹ ਲੇਟ ਨਾਈਟ ਤੱਕ ਸਾਰੀਆਂ ਟੀਮਸ ਲੱਗ ਕੇ ਸਾਡੀਆਂ ਉਹਨੂੰ ਸਕੈਨ ਕਰਦੀਆਂ ਰਹੀਆਂ। ਉਹਦੇ ਵਿੱਚ ਹਜੇ ਕੋਈ ਵੀ ਵਿਜ਼ੇਬਲ ਜਿਹੜਾ ਕਿ ਕੋਈ ਚੀਜ਼ ਪਾਉਂਦਾ ਕਿਸੇ ਸਿਵਰ ਮੇਨ ਹੋਲ 'ਚ ਨਹੀਂ ਆਇਆ। ਬਟ ਕਿਉਂਕਿ ਇੱਕ ਜਿਹੜੀ ਬੜੀ ਮੰਦਭਾਗੀ ਘਟਨਾ ਹੈ ਜਿਹਦੇ 'ਚ 11 ਆਦਮੀਆਂ ਦੀ ਜਾਨ ਗਈ ਹੈ, ਅਸੀਂ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ। ਇਹਦੇ ਵਿੱਚ ਜਿਹੜਾ ਦੇਖੋ ਸ਼ੰਕਾ ਤੇ ਦੱਸਿਆ ਵੀ ਗਿਆ, ਹਜੇ ਜਿਹੜੀਆਂ ਰਿਟਨ ਰਿਪੋਰਟਸ ਆ ਉਹ ਆਉਣੀਆਂ ਬਾਕੀ ਹੈ। ਕਿਸੇ ਨਾ ਕਿਸੇ ਲੈਵਲ ਤੇ ਇੰਡਸਟਰੀਅਲ ਯੂਨਿਟ ਵੱਲੋਂ ਇਲੈਕਟ੍ਰੋਪੋਲਿਟਿੰਗ ਦਾ ਜਿਹੜਾ ਹੈਗਾ ਵੇਸਟ ਹੈ, ਜਿਹੜਾ ਇੰਡਸਟਰੀਅਲ ਵੇਸਟ ਹੈ, ਉਹ ਜ਼ਰੂਰੀ ਨਹੀਂ ਕਿ ਵੀ ਅੱਜ ਪਾਇਆ ਗਿਆ, ਰੈਗੂਲਰ ਪਾਉਂਦੇ ਆ ਰਹੇ ਹੈ। ਹੁਣ ਉਹਦੇ ਵਿੱਚ ਆਪਦੀ ਲਖੀਰ ਨੂੰ ਵੱਡਿਆਂ ਕਰਨ ਲਈ ਤੇ ਲੋਕਾਂ ਦੀਆਂ ਲਖੀਰਾਂ ਮਟੇ ਰਹੇ ਆ ਤੇ 13 ਬੰਦਿਆਂ ਦੀਆਂ ਲਖੀਰਾਂ ਤਾਂ ਮਟੇਤੀਆਂ। ਇੱਕ ਤਾਂ 13 ਤਾਂ ਉਹ ਆ ਜਿਹੜੇ 11 ਜਿਹੜੇ ਕੱਲ ਜਿਹੜੇ ਕੁਦਰਤੀ ਇਸ ਆਫਤ ਨਾਲ ਮਰ ਗਏ। ਤੇ ਹੁਣ ਇਸ ਤੋਂ ਇਲਾਵਾ ਸਾਡੇ ਲਈ ਸੀਰੀਅਸਨੈਸ ਇਹ ਵੀ ਹੈ ਵੀ ਇਹ ਕਿੰਨੇ ਲੋਕ ਹੈ ਜਿਹੜੇ ਇਹਨਾਂ ਦੇ ਨਾਲ ਬਿਮਾਰੀਆਂ ਲਵਾ ਕੇ, ਜਿਹੜੇ ਕਿ ਕਈ ਸਾਲ ਡਾਕਟਰਾਂ ਦੀਆਂ ਫੀਸਾਂ ਭਰ ਕੇ ਤੇ ਉਹ ਆਪਦੇ ਇਲਾਜ ਤੇ ਖਰਚਾ ਕਰਕੇ ਤੇ ਕੰਗਾਲ ਹੋ ਕੇ ਮਰਨਗੇ। ਮਤਲਬ ਇਹ ਬੜਾ ਸੀਰੀਅਸ ਮੈਟਰ ਹੈ। ਅਸੀਂ ਇਹਨੂੰ ਪੋਲੂਸ਼ਨ ਬੋਰਡ ਵਾਲੇ ਅਫਸਰਸ ਨੂੰ ਵੀ ਇਸ ਗੱਲ ਨੂੰ ਅਸੀਂ ਲਾਈਟਲੀ ਨਹੀਂ ਲੈਣ ਦੇਣਾਗਾ। ਇਹ ਜਿਹੜੇ ਇਹਦੇ 'ਚ ਨਾ ਜੀ ਜਿਹੜੀ ਇਹ ਜਿਹੜੇ ਜਿਵੇਂ ਤੁਸੀਂ ਸੁਣਿਆ ਡਿਪਟੀ ਕਮਿਸ਼ਨ ਉਹਨਾਂ ਨਾਲ ਵੀ ਗੱਲ ਹੋਈ ਹੈ, ਅਸੀਂ ਸਾਰਾ ਬੈਠ ਕੇ ਵਿਚਾਰ ਕੀਤਾ। ਇਹਨੂੰ ਜਿਹੜਾ ਦੇਖੋ ਜਿਹੜੀ ਨੋਡਲ ਏਜੰਸੀ ਕਿਹੜੀ ਹੈ, ਜਿਹੜੀ ਫੈਕਟਰੀਜ਼ ਦੇ ਕਿੰਨੀ ਇੰਡਸਟਰੀ ਹੈ, ਕਿੰਨਾ ਵਰਕਫੋਰਸ ਹੈ, ਕਿੰਨੀ ਆਊਟਪੁੱਟ ਹੈ, ਕੀ ਉਹਦੇ 'ਚ ਪ੍ਰੋਡਕਟ ਪ੍ਰੋਡਿਊਸ ਹੋ ਰਿਹਾ, ਕਿਹੜਾ ਸਿਸਟਮ ਹੈ, ਕਿੱਥੇ ਵੇਸਟ ਕਰਦੇ ਆ। ਨੋਡਲ ਏਜੰਸੀਜ਼ ਪੋਲੂਸ਼ਨ ਬੋਰਡ ਤੇ ਪੋਲੂਸ਼ਨ ਬੋਰਡ ਨੂੰ ਅਸੀਂ ਇਸ ਲੈਵਲ ਤੇ 2 ਟਾਸਕ ਹੈ ਸਾਡੇ। ਅਸੀਂ ਇਹਦੇ 'ਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਬਣਾਤੀ ਹੈ। ਉਹ ਜਿਹੜੇ ਆ DCP ਇਨਵੈਸਟੀਗੇਸ਼ਨ ਤੇ DCP ADCP 2 ਜਿਹੜੇ ਹੈਗੇ ਆ ਸੁਹੇਲ ਮੀਰ ਤੇ ADCP 4 ਹੈ ਜਿਹੜੇ ਤੁਸ਼ਾਰ ਗੁਪਤਾ ਤੇ ਪਲੱਸ SHO ਉਹਦੇ ਨਾਲ ਤੇ ਇੱਕ ਜਿਹੜੇ ACP ਜਿਹੜੇ ਇਸ ਏਰੀਏ ਦੇ ACP ਸਾਊਥ, ਇਹ ਮੈਂਬਰ ਦੀ ਅਸੀਂ 5 ਮੈਂਬਰੀ DCP ਇਨਵੈਸਟੀਗੇਸ਼ਨ ਦੇ ਅੰਡਰ ਹੈ SIT ਬਣਾਤੀ ਹੈ। SIT ਦਾ ਜਿਹੜਾ ਮੈਂਡੇਟ ਹੋਊਗਾ ਨੰਬਰ 1 ਉਸ ਚੀਜ਼ ਨੂੰ ਆਇਡੈਂਟੀਫਾਈ ਕਰਨਾ ਵੀ ਉਹ ਪਿਆ। ਜੇ ਵਿਜ਼ੀਬਲ ਦੇਖੋ ਸਾਡੇ ਲਈ ਟਫ ਟਾਸਕ ਹੈ, ਜੇ ਵਿਜ਼ੀਬਲ ਪਾਉਂਦਾ ਹੋਇਆ ਤਾਂ ਅਸੀਂ ਫੜ ਲਾਂਗੇ ਤੇ ਜੇ ਵਿਜ਼ੀਬਲ ਨਹੀਂ ਪਾਉਂਦਾ ਹੋਇਆ ਤਾਂ ਪੋਲੂਸ਼ਨ ਬੋਰਡ ਵਾਲੇ ਅਫਸਰ ਨੂੰ ਵਾਰ-ਵਾਰ ਪੁੱਛਾਂਗੇ। ਜੇ ਉਹ ਸਹਿਯੋਗ ਨਹੀਂ ਦੇਣਗੇ ਤਾਂ ਇਸ ਮੁਕੱਦਮੇ 'ਚ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ। ਤੁਹਾਨੂੰ ਲੱਗਦਾ ਨਹੀਂ ਕਿ ਪੋਲੂਸ਼ਨ ਡਿਪਾਰਟਮੈਂਟ ਦੇਖੋ ਇੱਥੇ ਨਾ ਜੀ, ਇੱਥੇ ਕਿਸੇ ਦੂਜੇ ਡਿਪਾਰਟਮੈਂਟ ਨੂੰ ਨੀਵਾਂ ਦਿਖਾਉਣ ਦਾ ਮਕਸਦ ਨਹੀਂਗਾ। ਇਹ ਇੱਕ ਤਰਾਸਦੀ ਬੜੀ ਵੱਡੀ ਜਿਹੜੀ ਮਿਸ ਹੈਪਨਿੰਗ ਹੋਈ ਹੈ ਜਿਹਦੇ 'ਚ 11 ਜਾਨਾਂ ਚਲੀਆਂ ਗਈਆਂ। ਆਪਾਂ ਇਮੀਡੀਏਟ 11 ਜਾਨਾਂ ਨੂੰ ਦੇਖ ਰਹੇ ਹਾਂ। ਮੈਂ ਹੋਰ ਢੰਗ ਨਾਲ ਦੇਖਦਾ ਵੀ ਕਿੰਨੇ ਲੋਕ ਇਹ ਪਾਣੀ ਪੀ ਕੇ ਕਿੰਨੀਆਂ ਬਿਮਾਰੀਆਂ ਲਾ ਕੇ ਤੇ ਕਿੰਨੇ ਸਾਲਾਂ ਦੇ ਵਿੱਚ ਕੰਗਾਲ ਹੋਣਗੇ। ਉਹਨਾਂ ਦੇ ਲਈ ਨਾ ਤਾਂ ਕਿਤੇ ਮੀਡੀਆ ਇਕੱਠਾ ਹੋਊਗਾ ਤੇ ਨਾ ਕੋਈ ਹੋਰ ਹੋਊਗਾ, ਇਕੱਲੇ ਇਕੱਲੇ ਆਪਦੇ ਘਰਾਂ ਦੇ ਵਿੱਚ ਮਰਦੇ ਜਾਣਗੇ। ਇਹਦੇ ਲਈ ਇਹ ਪੋਲੂਸ਼ਨ ਬੋਰਡ ਦਾ ਮੈਨੂੰ ਲੱਗਦਾ ਇਹਨਾਂ ਨੂੰ ਆਪਦੇ ਪ੍ਰੋਟੋਕੋਲਸ ਨੂੰ ਹੋਰ ਇਹਨੂੰ ਇੰਪਰੂਵ ਕਰਨਾ ਪਊਗਾ। ਇਹ ਅਸੀਂ ਚਾਹੁੰਦੇ ਹਾਂ ਇੰਡਸਟਰੀ ਖੁਸ਼ਹਾਲ ਹੋਵੇ। ਲੁਧਿਆਣਾ ਇੰਡਸਟਰੀਅਲ ਟਾਊਨ ਹੈ। ਆਪਣੇ ਪੰਜਾਬ ਦੀ ਤਰੱਕੀ ਖੇਤੀਬਾੜੀ ਤੋਂ ਬਾਅਦ ਐਗਰੀਕਲਚਰ 'ਤੇ ਹੈ।
ਖੇਤੀਬਾੜੀ ਤੋਂ ਬਾਅਦ ਐਗਰੀਕਲਚਰ ਦੀ ਤਰੱਕੀ ਜਿਹੜੀ ਆ, ਆਪਣੀ ਇੰਡਸਟਰੀਅਲ ਤਰੱਕੀ ਤਾਂ ਜ਼ਰੂਰੀ ਹੈ। ਇੰਡਸਟਰੀਅਲ ਤਰੱਕੀ ਦੇ ਨਾਲ ਪਰ ਲੋਕਾਂ ਦੀ ਜਾਨ ਤੇ ਖੇਡ ਕੇ ਤਰੱਕੀ ਕਿਸੇ ਨੂੰ ਵੀ ਮਨਜ਼ੂਰ ਨਹੀਂ। ਜੇ ਤੁਹਾਨੂੰ ਵੀ ਨਹੀਂ ਮਨਜ਼ੂਰ ਤੇ ਸਾਨੂੰ ਵੀ ਮਨਜ਼ੂਰ ਨਹੀਂ। ਸਿੱਧੀ ਸਾਹਿਬ, ਜਿਹੜੀ ਕਮੇਟੀ ਬਣਾਈ ਗਈ ਹੈ ਉਹਦੀ ਸਮਾਂ ਹੱਦ ਵੀ ਤੈਅ ਕੀਤੀ ਗਈ ਹੈ ਵੀ ਇੰਨੇ ਮਹੀਨੇ 'ਚ ਇੰਨੇ ਦਿਨ 'ਚ ਨਹੀਂ, ਜਿਹੜੀ ਇਨਵੈਸਟੀਗੇਟਿੰਗ ਟੀਮ, ਮੈਂ ਤਾਂ ਕਹਿੰਦਾ ਜੀ, ਦੇਖੋ ਇੱਕ ਮਿੰਟ, ਜੇ ਅਸੀਂ ਆਪਦਾ ਦੋ ਪਾਰਟ ਹੈ, ਅਸੀਂ ਸਕੈਨ ਕਰਦੇ ਲੱਭ ਲਾਂਗੇ। ਤੁਹਾਡੇ ਸਾਹਮਣੇ ਸਾਡਾ ਟਰੈਕ ਰਿਕਾਰਡ ਹੈ ਪਿਛਲੇ ਕਈ ਮਹੀਨਿਆਂ ਤੋਂ, ਤੁਸੀਂ ਦੇਖ ਲਿਆ ਹੋਣਾ, ਘੰਟਿਆਂ ਦਾ, ਕਈ ਦਿਨਾਂ ਦਾ ਵੀ ਨਹੀਂ। ਉਹਦੇ ਵਿੱਚ ਅਸੀਂ ਜੇ ਹੋਇਆ ਤਾਂ ਸ਼ਾਮ ਤੱਕ, ਜੇ ਸਾਨੂੰ ਹੋਇਆ ਤਾਂ ਫੜ ਕੇ ਲਿਆ ਕੇ ਤੁਹਾਨੂੰ ਹਵਾਲਾ 'ਚ ਬੰਦ ਕਰਕੇ ਦੱਸਾਂਗੇ। ਹੁਣ ਦੂਜੀ ਗੱਲ ਰਹੀ ਵੀ ਜੇ ਕਿਤੇ ਇੰਡਸਟਰੀਅਲ ਯੂਨਿਟ ਦੇ ਵਿੱਚੋਂ ਆਪਦੇ ਕਨੈਕਸ਼ਨ ਲਏ ਵੇ ਤੇ ਉਹ ਪਾ ਰਿਹਾ, ਤੇ ਫਿਰ ਉਹ ਅਸੀਂ ਆਪ ਪਤਾ ਕਰਨ, ਸਾਨੂੰ ਹੁਣ ਪਤਾ ਹੀ ਨਹੀਂ ਲੱਗਣਾ। ਉਹ ਵਾਰ-ਵਾਰ ਪੋਲੂਸ਼ਨ ਬੋਰਡ ਵਾਲਿਆਂ ਨੂੰ ਦੱਸਾਂਗੇ। ਜੇ ਸਾਨੂੰ ਨਹੀਂ ਕੋਆਪਰੇਟ ਕਰਨਗੇ ਤੇ ਇਸੇ ਮੁਕੱਦਮੇ 'ਚ ਪੋਲੂਸ਼ਨ ਬੋਰਡ ਦੇ ਅਗੇਂਸਟ ਕਾਰਵਾਈ ਕਰਾਂਗੇ। ਲੁਧਿਆਣਾ ਗੈਸ ਦਾ ਜਿਹੜਾ ਦਰਦਨਾਕ ਹਾਦਸਾ ਹੋਇਆ, ਉਹ 'ਚ 11 ਲੋਕਾਂ ਦੀ ਮੌਤ ਹੋ ਗਈ ਹੈ। ਸਾਰੇ ਡਿਪਾਰਟਮੈਂਟ ਇਸ ਜਾਂਚ 'ਚ ਲੱਗੇ ਹੋਏ ਆ ਵੀ ਗੈਸ ਦਾ ਕਾਰਨ ਕੀ ਹੈ ਨਿਕਲਣ ਦਾ, ਕਿੱਥੋਂ ਆਈ ਹੈ, ਕੀ ਕਿਸੇ ਨੇ ਸ਼ਰਾਰਤ ਕੀਤੀ ਹੈ ਜਾਂ ਕੋਈ ਹੋਰ ਇੰਡਸਟਰੀ ਤੋਂ ਕੋਈ ਪਦਾਰਥ ਇਸ ਸੀਵਰੇਜ ਵਿੱਚ ਸੁੱਟਿਆ ਗਿਆ ਜਿਹਦੇ ਕਰਕੇ ਹੋਈ ਆ। ਲੇਕਿਨ ਜਾਂਚ ਦਾ ਵਿਸ਼ਾ ਹੈ, ਜਾਂਚ ਜਾਰੀ ਆ। ਪਰ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਕਿ ਸਭ ਤੋਂ ਜ਼ਿਆਦਾ ਅਗਰ ਜ਼ਿੰਮੇਵਾਰੀ ਹੈ ਤਾਂ ਉਹ ਪੋਲਿਊਸ਼ਨ ਕੰਟਰੋਲ ਬੋਰਡ ਦੀ ਹੈ। ਹਮੇਸ਼ਾ ਹੀ ਜਦੋਂ ਵੀ ਕੋਈ ਐਸਾ ਹਾਦਸਾ ਹੁੰਦਾ ਜਾਂ ਕੋਈ ਪਰਿਆਵਰਨ ਦੀ ਗੱਲ ਹੁੰਦੀ ਹੈ ਤਾਂ ਪੋਲਿਊਸ਼ਨ ਕੰਟਰੋਲ ਬੋਰਡ ਤੇ ਨਿਸ਼ਾਨਾ ਸਾਧਿਆ ਜਾਂਦਾ। ਅੱਜ ਸਾਡੇ ਨਾਲ ਖੜੇ ਨੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਸੰਦੀਪ ਜੀ। ਬੈਲ ਸਾਹਿਬ, ਤੁਸੀਂ ਚੀਫ ਵੀ ਹੋ ਔਰ ਤੁਸੀਂ ਜ਼ਿੰਮੇਦਾਰ ਵੀ ਹੋ, ਔਰ ਕੀ ਸਮਝਦੇ ਹੋ ਵੀ ਇਸ ਗੈਸ ਕਾਂਡ ਦੇ ਵਿੱਚ ਹਜੇ ਤੱਕ ਦੀ ਜਿਹੜੀ ਜਾਂਚ ਕੀਤੀ ਗਈ ਹੈ ਉਹ 'ਚ ਕੀ ਸਾਹਮਣੇ ਆਇਆ? ਦੇਖੋ, ਕੱਲ ਮਾਰਨਿੰਗ ਤੋਂ ਜਦੋਂ ਦਾ ਇਨਸੀਡੈਂਟ ਹੋਇਆ, ਸਾਡੀ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮਸ ਜਿਹੜੀਆਂ ਨੇ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਪੁਲਿਸ ਐਡਮਿਨਿਸਟ੍ਰੇਸ਼ਨ ਦੇ ਨਾਲ ਬਿਲਕੁਲ ਅਸੀਂ ਕੰਟੀਨਿਊਸਲੀ ਇਨ ਟੈਂਡਮ ਪੂਰਾ ਜਿਹੜਾ ਨਾਲ ਸਾਰਾ ਟੀਮ ਸਾਰੀਆਂ ਕੰਮ ਕਰ ਰਹੀਆਂ ਨੇ। ਕੱਲ NDRF ਵੱਲੋਂ ਕਾਰਡਨ ਆਫ ਕੀਤਾ ਗਿਆ ਸੀ ਏਰੀਆ, ਤੇ ਕੁਝ ਇਨਵੈਸਟੀਗੇਸ਼ਨਸ 'ਚ ਕੱਲ ਸੰਡੇ ਦਾ ਦਿਨ ਹੋਰ ਕਰਕੇ ਇੰਡਸਟਰੀਜ਼ ਬੰਦ ਸੀਗੀਆਂ। ਸੈਂਪਲਸ ਜਿਹੜੇ ਕਲੈਕਟ ਹੋਏ ਨੇ ਉਹ ਆਲਰੇਡੀ ਅੰਡਰ ਐਨਾਲਿਸਿਸ ਨੇ। ਉਹਦੇ 'ਚ ਰੀਜ਼ਨ ਲੱਭਣਾ ਸੀ ਵੀ ਕਿਹੜੀ ਗੈਸ ਹੈ, ਲੇਕਿਨ ਉਹ ਸ਼ਾਮ ਤੱਕ ਐਸਟੈਬਲਿਸ਼ ਹੋ ਗਿਆ ਵੀ ਹਾਈਡਰੋਜਨ ਸਲਫਾਈਡ ਹੈ। ਹਾਈਡਰੋਜਨ ਸਲਫਾਈਡ ਜਿਹੜੀ ਹੈ ਉਹ ਨਾਰਮਲੀ ਇੱਕ ਸੀਵਰ ਗੈਸ ਦੇ ਨਾਮ ਨੂੰ ਜਾਣੀ ਜਾਂਦੀ ਹੈ, ਜਿਹਦੇ 'ਚ ਪਹਿਲਾਂ ਸੀਵਰ ਦੇ ਵਿੱਚ ਲੋਕ ਜਿਹੜੇ ਸੀਵਰਮੈਨ ਸੀ ਉਹ ਅੰਦਰ ਜਦੋਂ ਢੱਕਣ ਖੋਲ੍ਹਦੇ ਸੀ ਤੇ ਉਹਨਾਂ ਦੀ ਡੈਥ ਹੋ ਜਾਂਦੀ ਸੀ। ਸੋ ਜਦੋਂ NDRF ਵੱਲੋਂ ਇਹ ਸਾਰਾ ਫਾਈਨਲ ਡਿਸੀਜਨ ਆ ਗਿਆ ਵੀ ਇਹ ਹਾਈਡਰੋਜਨ ਸਲਫਾਈਡ ਹੈ। ਹੁਣ ਹਾਈਡਰੋਜਨ ਸਲਫਾਈਡ ਕਿਉਂ ਇਸੀ ਪੁਆਇੰਟ ਉੱਤੇ ਆਈ, ਇਹਦੇ 'ਚ ਕੀ, ਇਹਦੇ 'ਚ ਕਿਹਦਾ ਕਾਜ਼ਸ ਨੇ, ਕੌਣ ਜ਼ਿੰਮੇਵਾਰ ਹੈ, ਕੀ ਕੋਈ ਇੰਡਸਟਰੀ ਦਾ ਡਿਸਚਾਰਜ ਹੈ ਜਾਂ ਕੋਈ ਸੀਵੇਜ ਦੀ ਬਲੋਕੇਜ ਹੈ ਜਾਂ ਸੀਵੇਜ ਕਿਤੇ ਹੋ ਗਈ। ਸੋ ਇਹਦੇ ਲਈ ਸਾਡੀਆਂ ਟੀਮਸ ਜਿਹੜੀਆਂ ਨੇ ਸਾਰੇ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਤੋਂ ਟੀਮਸ ਕਾਲ ਕੀਤੀਆਂ ਗਈਆਂ ਨੇ। ਟੈਕਨੀਕਲ ਤੇ ਸਾਇੰਟੀਫਿਕ ਟੀਮਸ ਇਨਵੈਸਟੀਗੇਟ ਕਰ ਰਹੀਆਂ ਨੇ। ਅਸੀਂ ਪਹਿਲਾਂ 50 ਮੀਟਰ ਦਾ ਏਰੀਆ ਇਸ ਪੁਆਇੰਟ 0 ਤੋਂ, ਤੇ ਦੈਨ ਉਸ ਤੋਂ ਬਾਅਦ 100 ਮੀਟਰ, ਦੈਨ ਉਸ ਤੋਂ ਫਰਦਰ ਤੇ ਇਹਦੇ ਸੀ ਇਨਵੈਸਟੀਗੇਸ਼ਨ ਸਾਡੀਆਂ ਕਾਰਪੋਰੇਸ਼ਨ ਦੀ ਟੀਮਸ ਵੀ ਨਾਲ ਲਿੱਤਾ ਹੋਇਆ, ਤੇ ਜੋ ਵੀ ਇਹਦੇ ਦੇਖਦੇ ਆ ਵੀ ਕੌਣ ਕਲਪ੍ਰਿਟ ਇਹਦੇ 'ਚ ਹੈ। ਤੁਸੀਂ ਡਿਸਚਾਰਜ ਦੀ ਗੱਲ ਕਰਦੇ ਆ ਵੀ CCTV ਵੀ ਹੈ, ਹੋਰ ਵੀ ਹੈ, ਫੁਟੇਜ ਵੀ ਹੈ, ਲੋਕਾਂ ਦੇ ਇੰਡਸਟਰੀਆਂ ਤੇ ਕੈਮਰੇ ਵੀ ਲੱਗੇ ਆ। ਕੋਈ ਇਸ ਏਰੀਏ ਦੇ ਵਿੱਚ ਕੋਈ ਪਤਾ ਲੱਗਿਆ ਵੀ ਕਿਉਂਕਿ ਸਿੱਧੀ ਲਾਈਨ ਦੇ ਵਿੱਚ ਕਿਸੇ ਨੇ ਕੋਈ ਡਿਸਚਾਰਜ ਕੀਤਾ ਹਜੇ ਤੱਕ? ਕਿਉਂਕਿ DCP ਇਨਵੈਸਟੀਗੇਸ਼ਨਸ ਉਹਨਾਂ ਤੋਂ ਸਾਨੂੰ ਜੋ ਰਿਪੋਰਟਸ ਆਈਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਜੋ CCTV ਇੱਥੇ DVRs ਕੱਲ ਸੀਜ਼ ਕੀਤੀਆਂ ਗਈਆਂ ਸੀ, ਜੋ ਸਾਡੇ ਕੋਲ ਰਿਪੋਰਟਸ ਇਹਨਾਂ ਦੀ ਹਲੇ ਮਿਲ ਰਹੀਆਂ ਨੇ ਇੱਥੇ, ਆਲਦੋ ਮੇਰੇ ਹੱਥ 'ਚ ਹਲੇ ਆਫੀਸ਼ੀਅਲ ਕੁਝ ਵੀ ਨਹੀਂ ਆਇਆ, ਉਹਦੇ 'ਚ ਕੋਈ ਐਸਾ ਕੋਈ ਟੈਂਕਰ ਡਿਸਚਾਰਜ ਤਾਂ ਨਹੀਂ ਹੈ। ਮੋਰਓਵਰ ਇਹ ਸਾਰਾ ਤੁਸੀਂ ਦੇਖ ਰਹੇ ਹੋ ਥਿਕਲੀ ਪੋਪੂਲੇਟਿਡ ਰੈਜ਼ੀਡੈਂਸ਼ੀਅਲ ਏਰੀਆ ਹੈ, ਕਮਰਸ਼ੀਅਲ ਐਕਟੀਵਿਟੀ ਹੈ, ਇੰਡਸਟਰੀ ਨੇੜੇ ਤੇੜੇ ਜਿਹੜੀ ਸਾਨੂੰ ਇਮੀਡੀਏਟਲੀ ਉਹ ਵੀ ਅਸੀਂ ਫਾਈਂਡ ਆਊਟ ਕਰ ਰਹੇ ਵੀ ਕਿ ਕੋਈ ਇੰਡਸਟਰੀ ਕੋਈ ਇਲੀਗਲ ਤਰੀਕੇ ਨਾਲ ਕਿਤੇ ਚੱਲ ਰਹੀ ਹੋਵੇ ਤੇ ਉਹਦਾ ਕੋਈ ਨਾ ਹੋਵੇ। ਤੋ ਇਹਨਾਂ ਤਾਂ ਸਾਰੀ ਡਿਟੇਲ ਹੁੰਦੀ ਇੰਡਸਟਰੀ ਦੀ, ਚਾਹੇ ਇਲੈਕਟ੍ਰੋਪਲੇਟਿੰਗ ਹੈ ਚਾਹੇ ਜ਼ਿੰਕ ਪਲੇਟਿੰਗ ਹੈ, ਸਾਰਿਆਂ ਦੀ ਡਿਟੇਲ ਹੁੰਦੀ, ਉਹਨਾਂ ਦੀ ਆਊਟਲੈਟ ਕਿੰਨਾ ਜਾਂਦਾ, ਉਹਨਾਂ ਦਾ ਰਿਕਾਰਡ ਹੁੰਦਾ, ਉਹ ਸਾਰਾ ਟ੍ਰੀਟਮੈਂਟ ਹੋ ਕੇ ਪਾਣੀ ਬਾਹਰ ਜਾਂਦਾ। ਤੁਹਾਡੇ ਕੋਲ ਸਾਰੀ ਡਿਟੇਲ ਹੈ ਕਿ ਹਜੇ ਤੱਕ ਕੋਈ ਪਤਾ ਲੱਗਿਆ ਇੱਦਾਂ ਦਾ ਕੋਈ ਕਿਸੇ ਇੰਡਸਟਰੀ ਵੱਲੋਂ ਇਹ ਹਰਕਤ ਹੋਤੀ ਗਈ ਜਾਂ ਕਿਸੇ ਬੰਦੇ ਵੱਲੋਂ ਕੀਤੀ ਗਈ ਜਾਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ? ਦੇਖੋ, ਇਹ ਚੱਲ ਰਿਹਾ ਜੀ, ਇਹਦੇ ਬਾਰੇ ਜਿਵੇਂ ਆਏਗੀ ਸਾਡੇ ਕੋਲ ਰਿਪੋਰਟਸ ਸਾਡੀ ਟੀਮਸ ਵੱਲੋਂ, ਜੁਆਇੰਟ ਟੀਮਸ ਵੱਲੋਂ, ਉਹ ਸ਼ੇਅਰ ਕਰਾਂਗੇ ਤੁਹਾਡੇ ਨਾਲ। ਸਰ, ਇੱਕ ਸਭ ਤੋਂ ਵੱਡਾ ਸਵਾਲ ਆ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਪੋਲਿਊਸ਼ਨ ਕੰਟਰੋਲ ਬੋਰਡ ਤੇ ਸਾਫ਼ ਇਹ ਇਲਜ਼ਾਮ ਲਗਾਇਆ ਗਿਆ ਵੀ ਇਹ ਅਗਰ ਜ਼ਿੰਮੇਦਾਰ ਹੈ ਤਾਂ ਸਭ ਤੋਂ ਜ਼ਿਆਦਾ ਜ਼ਿੰਮੇਦਾਰ ਪੋਲਿਊਸ਼ਨ ਕੰਟਰੋਲ ਬੋਰਡ ਹੈ, ਉਹਨੇ ਇਹ ਕਿਉਂ ਨਹੀਂ ਦੇਖਿਆ, ਉਹਨਾਂ ਕਰਕੇ ਇਹ ਜਿਹੜੀ ਲੱਗੀ। ਹਾਲਾਂਕਿ ਕਰਪਸ਼ਨ ਦੇ ਚਾਰਜ ਵੀ ਬੜੇ ਪੋਲਿਊਸ਼ਨ ਕੰਟਰੋਲ ਬੋਰਡ ਤੇ ਲੱਗਦੇ ਆ ਰਹੇ, ਤੁਸੀਂ ਤਾਂ ਬਹੁਤ ਵੱਡੇ ਹੁਣ ਅਹੁਦੇ ਤੇ ਪਹੁੰਚ ਚੁੱਕੇ ਹੋ ਸ਼ੁਰੂ ਤੋਂ ਲੈ ਕੇ, ਕੀ ਵਾਕਈ ਇਹ ਸਹੀ ਗੱਲ ਹੈ? ਉਹ ਕਹਿੰਦੇ ਅਸੀਂ ਜਿਹੜੀ ਧਾਰਾ ਲਾਈ ਹੈ ਉਹਦੇ ਵਿੱਚ ਅਸੀਂ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਵੀ ਵਿੱਚ ਰੱਖਾਂਗੇ।
ਦੇਖੋ ਇਹਦੇ ਚ ਜਦੋਂ ਜਿਵੇਂ ਆ ਰਿਹਾ ਸਾਰਾ ਸਿਸਟਮ ਇਨਵੈਸਟੀਗੇਸ਼ਨਸ ਚੱਲ ਰਹੀਆਂ ਨੇ, ਜਦ ਤੱਕ ਇਨਵੈਸਟੀਗੇਸ਼ਨਸ ਕੰਪਲੀਟ ਨਹੀਂ ਹੁੰਦੀਆਂ ਅਸੀਂ ਇਹ 'ਤੇ ਕੋਈ ਕਮੈਂਟ ਨਹੀਂ ਕਰ ਸਕਦੇ। ਨਹੀਂ ਜੇ ਸੀਪੀ ਸਾਹਿਬ ਨੇ ਜਿਹੜਾ ਇਲਜ਼ਾਮ ਲਾਇਆ ਉੱਥੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸੀਪੀ ਸਾਹਿਬ ਨੇ ਹਲੇ ਜਦ ਮੈਜਿਸਟਰੀਅਲ ਇਨਕੁਆਇਰੀ ਹਲੇ ਹੋਈ ਹੈ, ਹਲੇ ਆਪਾਂ ਕੰਕਲੂਜਨਸ ਤੇ ਕਿਵੇਂ ਪਹੁੰਚ ਸਕਦੇ ਹਾਂ, ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ। ਠੀਕ ਹੈ, ਥੈਂਕ ਯੂ ਜੀ। ਇਹ ਸਨ ਕਮਿਸ਼ਨਰ ਸੰਦੀਪ ਬਹਿਲ ਜੀ। ਉਹਨਾਂ ਨੇ ਮੰਨਣਾ ਵੀ ਹਜੇ ਤੱਕ ਕੋਈ ਜਾਂਚ ਕਨਕਲੂਜਨ ਤੇ ਨਹੀਂ ਪਹੁੰਚੀ, ਸਿੱਟੇ ਤੇ ਨਹੀਂ ਪਹੁੰਚੀ, ਤੇ ਮੈਂ ਇਹਦੇ ਬਾਰੇ ਨਹੀਂ ਕੁਝ ਕਹਿਣਾ ਚਾਹੂੰਗਾ, ਤੁਸੀਂ ਸੁਣ ਵੀ ਲਿਆ ਹੋਣਾ। ਲੇਕਿਨ ਕਿਤੇ ਨਾ ਕਿਤੇ ਪੋਲਿਊਸ਼ਨ ਕੰਟਰੋਲ ਬੋਰਡ ਇਹਦੇ ਪਿੱਛੇ ਜ਼ਰੂਰ, ਅਗਰ 100% ਨਹੀਂ ਹੈ ਤੇ ਕਾਫੀ % ਜਿਹੜਾ ਕਹਿ ਸਕਦੇ ਹੋ ਇਹ ਜ਼ਿੰਮੇਦਾਰ ਹੈ, ਕਾਰਪੋਰੇਸ਼ਨ ਜ਼ਿੰਮੇਦਾਰ ਆ। ਔਰ ਹਜੇ ਤੱਕ ਜਿਹੜੀ ਵੈਂਟੀਲੇਟਰ ਦਾ ਜਿਹੜਾ ਇੱਥੇ ਸੀਵਰੇਜ ਦੇ ਹਮੇਸ਼ਾ ਦੇਖਿਆ ਗਿਆ ਪਿਛਲੇ ਟਾਈਮਾਂ ਦੇ ਵਿੱਚ, ਇੱਕ ਪਾਈਪ ਲੱਗੀ ਹੁੰਦੀ ਸੀ ਜਿਹੜਾ ਸੀਵਰੇਜ ਦੀ ਗੈਸ ਨੂੰ ਬਾਹਰ ਵੈਂਟ ਕਰਦੀ ਸੀਗੀ, ਔਰ ਕਿਤੇ ਵੀ ਇਸ ਏਰੀਆ ਦੇ ਵਿੱਚ ਉਹ ਵੈਂਟੀਲੇਸ਼ਨ ਵਾਲਾ ਨਹੀਂ ਲੱਗਿਆ। ਹਾਲਾਂਕਿ ਜਿਹੜੀਆਂ ਪਾਣੀ ਆ ਉਹਨਾਂ ਦੀ ਜਾਲੀਆਂ ਉਹ ਸ਼ਾਇਦ ਲੱਗੀਆਂ ਹੋਈਆਂ ਕਿਉਂਕਿ ਉਹਦੇ ਨਾਲ ਵੀ ਥੋੜਾ ਗੈਸ ਬਾਹਰ ਆਉਂਦੀ ਹੈ। ਲੇਕਿਨ ਸਭ ਤੋਂ ਵੱਡਾ ਸਵਾਲ ਆ ਵੀ ਇਸ ਏਰੀਆ ਦੇ ਵਿੱਚ 50 ਮੀਟਰ ਦੇ ਏਰੀਆ ਦੇ ਵਿੱਚ ਜਾਂ 100 ਮੀਟਰ ਦੇ ਏਰੀਆ ਵਿੱਚ ਇਹ ਜ਼ਹਿਰੀਲੀ ਗੈਸ H2S ਕਿਉਂ ਆਈ, ਕਿਹੜੇ ਕਾਰਨਾਂ ਨਾਲ ਆਈ, ਕਿੱਥੋਂ ਆਈ, ਇਹ ਜਾਂਚ ਦਾ ਵਿਸ਼ਾ ਦੇਖਣਾ ਹੋਊਗਾ। ਹੁਣ ਪੁਲਿਸ ਪ੍ਰਸ਼ਾਸਨ ਤੇ ਐਡਮਿਨਿਸਟ੍ਰੇਸ਼ਨ ਕਿੰਨੀ ਜਲਦੀ ਇਹ ਜਾਂਚ ਕਰਦਾ ਤੇ ਇਸ ਸਿੱਟੇ ਤੇ ਪਹੁੰਚਦਾ ਤੇ ਕੌਣ ਜ਼ਿੰਮੇਦਾਰ ਹੈ ਉਹ ਜਨਤਕ ਕਰਦਾ। ਕੈਮਰਾਮੈਨ ਨਵਲ ਦੇ ਨਾਲ ਰਾਜੇਸ਼ ਮਹਿਰਾ, ਸਿਟੀ ਆਫ ਨਿਊਜ਼, ਲੁਧਿਆਣਾ।